ਆਓ ਅਸੀਂ ਉਪਦੇਸ਼ ਸਿਰਲੇਖ ਨਾ ਡਰ ਕਿਉਂ ਜੋ ਮੈਂ ਤੇਰੇ ਸੰਗ ਹਾਂ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਪਰਮੇਸ਼ਵਰ ਦੀ ਸ਼ਕਤੀ ਦਾ ਅਦਭੁਤ ਕੰਮ ਹੋਣ ਲਈ ਸਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਦੀ ਲੋੜ ਹੈ। ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਸ਼ਕਤੀ, ਅਧਿਕਾਰ ਅਤੇ ਵਾਅਦੇ ਨੂੰ ਵਿਸ਼ਵਾਸ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਪਰਮੇਸ਼ਵਰ ਆਪਣੀਆਂ ਸਾਰੀਆਂ ਪਿਆਰੀਆਂ ਸੰਤਾਨਾਂ ਨੂੰ ਕਹਿੰਦੇ ਹਨ, ਨਾ ਡਰ ਕਿਉਂ ਜੋ ਮੈਂ ਤੇਰੇ ਸੰਗ ਹਾਂ, ਹੌਸਲਾ ਰੱਖ। ਪਰਮੇਸ਼ਵਰ ਸਾਰੇ ਹਾਲਾਤਾਂ ਵਿੱਚ ਇਹਨਾਂ ਵਚਨਾਂ ਨੂੰ ਦਿੰਦੇ ਹਨ। ਅਵਿਸ਼ਵਾਸ, ਉਲਝਣ, ਝਿਜਕ ਅਤੇ ਹਿੰਮਤ ਦੀ ਘਾਟ ਦੇ ਵਿਚਕਾਰ ਪਰਮੇਸ਼ਵਰ ਦਾ ਕੰਮ ਬਿਲਕੁਲ ਵੀ ਨਹੀਂ ਹੋ ਸਕਦਾ। ਆਓ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦੁਆਰਾ ਇਸ ਦੀ ਪੁਸ਼ਟੀ ਕਰੀਏ। ਕਦੇ ਨਾ ਡਰੋ। ਭਵਿੱਖਬਾਣੀ ਦੇ ਨਜ਼ਰੀਏ ਤੋਂ ਇਸ ਯੁੱਗ ਵਿੱਚ ਸਭ ਤੋਂ ਵੱਡਾ ਦੁਸ਼ਮਣ ਡਰ ਹੈ ਅਤੇ ਇਹ ਸਾਡੇ ਵਿੱਚੋਂ ਹਰੇਕ ਦੇ ਅੰਦਰ ਲੁਕਿਆ ਹੈ। ਸਾਨੂੰ ਇਸ ਦੁਸ਼ਮਣ ਨੂੰ ਹਰਾਉਣਾ ਚਾਹੀਦਾ ਹੈ। ਜਦੋਂ ਪਰਮੇਸ਼ਵਰ ਨੇ ਗਿਦੌਨ ਦੇ ਯੋਧਾਵਾਂ ਨੂੰ ਚੁਣਿਆ, ਤਦ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ, ਜੋ ਡਰ ਨਾਲ ਕੰਬਦੇ ਸੀ, ਆਪਣੇ ਘਰਾਂ ਵਿੱਚ ਮੁੜਨ ਦਿੱਤਾ। 32,000 ਪੁਰਸ਼ਾਂ ਵਿੱਚੋਂ ਸਿਰਫ 10,000 ਹੀ ਰਹਿ ਗਏ। ਹੋਰ 22,000 ਆਪਣੇ ਘਰਾਂ ਨੂੰ ਪਰਤ ਗਏ। ਫਿਰ ਜਦੋਂ 22,000 ਪੁਰਸ਼ ਯੁੱਧ ਲਈ ਗਏ, ਤਦ ਉਹਨਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਸੀ? ਉਹ ਡਰ ਗਏ ਸੀ ਅਤੇ ਇਸ ਗੱਲ ਬਾਰੇ ਜ਼ਿਆਦਾ ਚਿੰਤਿਤ ਸੀ ਕਿ ਹੋਰ ਲੋਕ ਉਹਨਾਂ ਬਾਰੇ ਕੀ ਸੋਚਣਗੇ। ਮੇਰੇ ਗਵਾਂਢੀ ਲੜਾਈ ਵਿੱਚ ਸ਼ਾਮਿਲ ਹੋ ਰਹੇ ਹਨ। ਜੇਕਰ ਮੈਂ ਸ਼ਾਮਿਲ ਨਹੀਂ ਹੋਵਾਂਗਾ, ਤਦ ਕਿ ਮੈਂ ਇਕੱਲਾ ਨਹੀਂ ਰਹਿ ਜਾਵਾਂਗਾ ਅਤੇ ਗਵਾਂਢ ਵਿੱਚ ਮੇਰਾ ਮਜ਼ਾਕ ਨਹੀਂ ਉਡਾਇਆ ਜਾਵੇਗਾ। ਇਸ ਤਰ੍ਹਾਂ ਸੋਚਦੇ ਹੋਏ ਉਹਨਾਂ ਨੇ ਬਿਨਾਂ ਕਿਸੇ ਮਕਸਦ ਦੇ ਦੂਜਿਆਂ ਦਾ ਪਿੱਛਾ ਕੀਤਾ। ਜਦੋਂ ਉਹ ਯੁੱਧ ਦੇ ਮੈਦਾਨ ਵਿੱਚ ਆਏ, ਤਾਂ ਦੁਸ਼ਮਣਾਂ ਕੋਲ ਸ਼ਕਤੀਸ਼ਾਲੀ ਹਥਿਆਰ ਸੀ ਅਤੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਸ ਲਈ ਉਹ ਡਰ ਗਏ। ਪਰਮੇਸ਼ਵਰ ਸਾਡੇ ਮਨਾਂ ਨੂੰ ਦੇਖਦੇ ਹਨ। ਜੋ ਲੋਕ ਆਪਣੇ ਦੁਸ਼ਮਣਾਂ ਤੋਂ ਪਹਿਲਾਂ ਹੀ ਡਰਦੇ ਹਨ, ਉਹ ਕਦੇ ਵੀ ਲੜਾਈ ਜਾਂ ਯੁੱਧ ਨਹੀਂ ਜਿੱਤ ਸਕਦੇ। ਜੇਕਰ ਡਰ ਸਾਡੇ ਉੱਤੇ ਹਾਵੀ ਹੋ ਜਾਂਦਾ ਹੈ, ਤਦ ਉਸ ਪਲ ਤੋਂ ਕੁਝ ਵੀ ਸਹੀ ਜਾਂ ਅਨੁਕੂਲ ਨਹੀਂ ਲੱਗੇਗਾ। 3,500 ਸਾਲ ਪਹਿਲਾਂ ਇਜ਼ਰਾਈਲੀਆਂ ਕੋਲ ਜੋ ਵਿਸ਼ਵਾਸ ਦੀ ਮਾਨਸਿਕਤਾ ਸੀ ਅਤੇ ਵਿਸ਼ਵਾਸ ਦੀ ਮਾਨਸਿਕਤਾ ਜੋ ਇਸ ਯੁੱਗ ਵਿੱਚ ਸਵਰਗੀ ਲੋਕਾਂ ਕੋਲ ਹੈ, ਉਹ ਇੱਕੋ ਜਿਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਹਨਾਂ ਦੇ ਅਤੇ ਸਾਡੇ ਵਿਚਕਾਰ ਸੰਬੰਧ ਪਰਛਾਵੇਂ ਅਤੇ ਅਸਲੀਅਤ ਦੇ ਹਨ। ਆਓ ਅਸੀਂ ਯਹੋਸ਼ੂਆ ਅਧਿਆਇ 1 ਉੱਤੇ ਜਾਈਏ। ਆਓ ਅਸੀਂ ਯਹੋਸ਼ੂਆ ਅਧਿਆਇ 1 ਵਚਨ 2 ਦੇਖੀਏ। ਕਿ ਮੇਰਾ ਦਾਸ ਮੂਸਾ ਮਰ ਗਿਆ ਹੈ, ਹੁਣ ਤੂੰ ਉੱਠ ਅਤੇ ਇਸ ਯਰਦਨ ਦੇ ਪਾਰ ਲੰਘ, ਤੂੰ ਅਤੇ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਜ਼ਰਾਈਲੀਆਂ ਨੂੰ ਦਿੰਦਾ ਹਾਂ। ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ, ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਨਾਲ ਬਚਨ ਕੀਤਾ ਸੀ। ਉਜਾੜ ਅਤੇ ਇਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੀਕ, ਜੋ ਫਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ਼ ਸੂਰਜ ਦੇ ਲੈਣ ਦੇ ਪਾਸੇ ਵੱਡੇ ਸਮੁੰਦਰ ਤੀਕ ਤੁਹਾਡੀ ਹੱਦ ਹੋਵੇਗੀ। ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ, ਤਿਵੇਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ। ਇਸ ਲਈ ਕੀ ਕਰ? ਹੌਸਲਾ ਰੱਖ, ਹੋਰ ਕੀ ਹੋ ਜਾ ਅਤੇ ਤਕੜਾ ਹੋ। ਪਰਮੇਸ਼ਵਰ ਹਮੇਸ਼ਾ ਸਾਨੂੰ ਇਹੀ ਕਰਨ ਦਾ ਹੁਕਮ ਦਿੰਦੇ ਹਨ। ਤਕੜਾ ਹੋ ਅਤੇ ਹੌਸਲਾ ਰੱਖ, ਕਿਉਂ ਜੋ ਇਹ ਦੇਸ਼ ਜਿਹਦੀ ਮੈਂ ਇਹਨਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਹੈ, ਤੂੰ ਇਹਨਾਂ ਲੋਕਾਂ ਨੂੰ ਮਿਲਖ ਲਈ ਦੁਆਏਂਗਾ। ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ, ਤਾਂ ਜੋ ਉਸ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ, ਪਾਲਣਾ ਕਰਕੇ ਪੂਰਾ ਕਰੋ। ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੋ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲਬਾਲਾ ਹੋਵੇ। ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ। ਸਦੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ, ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ, ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲਬਾਲਾ ਹੋਵੇਗਾ। ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ, ਭਾਈ ਤਕੜਾ ਹੋ ਅਤੇ ਹੌਸਲਾ ਰੱਖ, ਨਾ ਕੰਬ ਅਤੇ ਨਾ ਘਾਬਰ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਵਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਇਸ ਤਰ੍ਹਾਂ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਇਹ ਕਹਿ ਕੇ ਉਤਸ਼ਾਹਿਤ ਕੀਤਾ ਕਿ ਨਾ ਡਰ। ਯਹੋਸ਼ੂਆ ਤੇ ਇਜ਼ਰਾਈਲੀਆਂ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਪਰਿਸਥਿਤੀਆਂ ਸੀ, ਜਿਸ ਵਿੱਚ ਲੋਕ ਬੇਬਸ ਹੋ ਕੇ ਡਰਦੇ, ਘਬਰਾਉਂਦੇ ਅਤੇ ਡਰੇ ਹੁੰਦੇ ਹਨ।
ਪਰ ਯਹੋਸ਼ੂਆ ਕੋਲ ਕਿਸ ਤਰ੍ਹਾਂ ਦਾ ਵਿਸ਼ਵਾਸ ਸੀ? 12 ਜਸੂਸਾਂ ਵਿੱਚੋਂ 10 ਨੇ ਆਪਣੀ ਹਿੰਮਤ ਗਵਾ ਦਿੱਤੀ। ਜਦੋਂ ਉਹਨਾਂ ਨੇ ਹਿੰਮਤ ਗਵਾ ਦਿੱਤੀ ਅਤੇ ਡਰ ਗਏ, ਤਦ ਯਹੋਸ਼ੂਆ ਨੇ ਉਹਨਾਂ ਨੂੰ ਕੀ ਕਿਹਾ? ਸਾਡੇ ਦੁਸ਼ਮਣ ਸਾਡੀ ਬੁਰਕੀ ਹੋਣਗੇ, ਇਸ ਲਈ ਉਹਨਾਂ ਤੋਂ ਨਾ ਡਰੋ। ਸਾਰੇ ਲੋਕੋ, ਕੀ ਕੋਈ ਹੈ ਜੋ ਖਾਣ ਵੇਲੇ ਚੌਲਾਂ ਦੀ ਕਟੋਰੀ ਤੋਂ ਡਰਦਾ ਹੈ? ਨਹੀਂ, ਅਜਿਹਾ ਕੋਈ ਨਹੀਂ ਹੈ। ਉਸ ਦਾ ਮਤਲਬ ਸੀ ਡਰਨ ਦੀ ਕੋਈ ਗੱਲ ਨਹੀਂ ਹੈ। ਜਦੋਂ ਯਹੋਸ਼ੂਆ ਨੇ ਪਰਮੇਸ਼ਵਰ ਦੇ ਵਾਅਦੇ ਉੱਤੇ ਪੂਰੇ ਵਿਸ਼ਵਾਸ ਨਾਲ ਹਾਲਾਤਾਂ ਨੂੰ ਦੇਖਿਆ, ਤਦ ਫਿਰ ਭਾਵੇਂ ਉਹ ਕਿਸੇ ਵੀ ਹਾਲਾਤ ਵਿੱਚ ਸੀ, ਉਸ ਨੂੰ ਅਜਿਹੀਆਂ ਬਾਹਰੀ ਪਰਿਸਥਿਤੀਆਂ ਦਿਖਾਈ ਨਹੀਂ ਦੇ ਰਹੀਆਂ ਸੀ। ਉਹ ਸਿਰਫ ਪਰਮੇਸ਼ਵਰ ਦੇ ਵਾਅਦੇ ਨੂੰ ਦੇਖ ਸਕਦਾ ਸੀ। ਜਦੋਂ ਅਸੀਂ ਯਹੋਸ਼ੂਆ ਦੇ ਕਨਾਨ ਦੇਸ਼ ਉੱਤੇ ਜਿੱਤ ਪ੍ਰਾਪਤ ਕਰਨ ਦੇ ਇਤਿਹਾਸ ਨੂੰ ਦੇਖਦੇ ਹਾਂ, ਤਦ ਇੱਕੋ ਇੱਕ ਵਾਕ ਜੋ ਬਾਈਬਲ ਵਿੱਚ ਵਾਰ-ਵਾਰ ਦਰਜ ਕੀਤਾ ਗਿਆ, ਉਹ ਇਹ ਹੈ ਕਿ ਕਿਉਂਕਿ ਪਰਮੇਸ਼ਵਰ ਨੇ ਯਹੋਸ਼ੂਆ ਦੀ ਮਦਦ ਕੀਤੀ, ਇਸ ਲਈ ਉਹ ਲਗਾਤਾਰ ਜਿੱਤਦਾ ਰਿਹਾ। ਇਨ੍ਹਾਂ ਦ੍ਰਿਸ਼ਾਂ ਦੇ ਪਿੱਛੇ ਪਰਮੇਸ਼ਵਰ ਨੇ ਉਸ ਨੂੰ ਕਿਸ ਤਰ੍ਹਾਂ ਦਾ ਵਿਸ਼ਵਾਸ ਰੱਖਣ ਲਈ ਕਿਹਾ? ਤਕੜਾ ਹੋ ਅਤੇ ਹੌਸਲਾ ਰੱਖ, ਕਦੇ ਨਾ ਡਰੋ। ਪਰਮੇਸ਼ਵਰ ਚਾਹੁੰਦੇ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਨਾ ਡਰੇ। ਇਸੇ ਤਰ੍ਹਾਂ ਅੱਜ ਉਹ ਸਾਨੂੰ ਇਹ ਸਮਝਾ ਰਹੇ ਹਨ ਕਿ ਸਾਡੇ ਸਿਓਨ ਦੀਆਂ ਸੰਤਾਨਾਂ ਕੋਲ ਜੋ ਆਤਮਿਕ ਯਹੋਸ਼ੂਆ ਦੇ ਯੁੱਗ ਵਿੱਚ ਜੀ ਰਹੇ ਹਨ, ਖੁਸ਼ਖਬਰੀ ਦਾ ਕੰਮ ਕਰਦੇ ਸਮੇਂ ਵਿਸ਼ਵਾਸ ਦਾ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ। 3500 ਸਾਲ ਪਹਿਲਾਂ ਵਾਪਰਿਆ ਇਤਿਹਾਸ ਇੱਕ ਸਰੀਰਕ ਯੁੱਧ ਸੀ, ਪਰ ਕੀ ਇਸ ਯੁੱਗ ਵਿੱਚ ਆਤਮਿਕ ਯੁੱਧ ਨਹੀਂ ਹੈ? ਆਤਮਿਕ ਯੁੱਧ ਦੇ ਸਾਹਮਣੇ ਡਰਨ ਦੀ ਕੋਈ ਗੱਲ ਨਹੀਂ ਹੈ, ਬਿਲਕੁਲ ਵੀ ਨਹੀਂ। ਜਿਸ ਤਰ੍ਹਾਂ ਯਹੋਸ਼ੂਆ ਦੀ ਸੈਨਾ ਜਿੱਤੀ, ਉਸੇ ਤਰ੍ਹਾਂ ਹੀ ਜਦੋਂ ਅਸੀਂ ਸਾਰੀਆਂ ਚੀਜ਼ਾਂ ਵਿੱਚ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰਦੇ ਹੋਏ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ, ਤਦ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਸਾਰਿਆਂ ਲਈ ਜਿੱਤਣਾ ਸੰਭਵ ਬਣਾ ਦਿੱਤਾ ਹੈ। ਜਦੋਂ ਪਰਮੇਸ਼ਵਰ ਨੇ ਗਿਦੌਨ ਦੀ ਸੈਨਾ ਨੂੰ ਚੁਣਿਆ, ਤਦ ਉਹਨਾਂ ਨੇ ਉਹਨਾਂ ਲੋਕਾਂ ਨੂੰ ਅਸਵੀਕਾਰ ਕਰ ਦਿੱਤਾ ਜੋ ਡਰਦੇ ਸੀ। ਉਹ ਯਹੋਸ਼ੂਆ ਦੀ ਸੈਨਾ ਨੂੰ ਵੀ ਨਾ ਡਰਨ ਲਈ ਜ਼ੋਰ ਦਿੰਦੇ ਰਹੇ। ਜਦੋਂ ਅਸੀਂ ਇਹ ਸਭ ਦੇਖਦੇ ਹਾਂ, ਤਦ ਇਸ ਯੁੱਗ ਵਿੱਚ ਸਾਡੇ ਕੋਲ ਇੱਕ ਦਲੇਰ ਦਿਲ ਅਤੇ ਵਿਸ਼ਵਾਸ ਦਾ ਅਜਿਹਾ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ ਜੋ ਨਹੀਂ ਡਰਦਾ। ਆਓ ਅਸੀਂ ਵਿਵਸਥਾ ਸਾਰ ਅਧਿਆਇ 1 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਵਿਵਸਥਾ ਸਾਰ ਅਧਿਆਇ 1 ਵਚਨ 19 ਦੇਖੀਏ। ਅਧਿਆਇ 1 ਵਚਨ 19 ਵਿੱਚ ਇਹ ਲਿਖਿਆ ਹੈ, ਫਿਰ ਹੋਰੇਬ ਤੋਂ ਕੂਚ ਕਰਕੇ ਉਸ ਵੱਡੀ ਅਤੇ ਭਿਆਨਕ ਉਜਾੜ ਵਿੱਚ ਦੀ ਜਿਹੜੀ ਤੁਸਾਂ ਅਮੋਰੀਆਂ ਦੇ ਪਹਾੜੀ ਦੇਸ਼ ਦੇ ਕੋਲ ਵੇਖੀ ਸੀ, ਅਸੀਂ ਗਏ, ਜਿਵੇਂ ਯਹੋਵਾ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ, ਅਤੇ ਅਸੀਂ ਕਾਦੇਸ਼ ਬਰਨੇਆ ਵਿੱਚ ਆਏ। ਕਾਦੇਸ਼ ਬਰਨੇਆ ਉਹ ਇਲਾਕਾ ਹੈ ਜੋ ਕਨਾਨ ਦੇਸ਼ ਦੀ ਸੀਮਾ ਉੱਤੇ ਹੈ। ਉਹ ਉਸ ਥਾਂ ਤੇ ਆਏ ਜਿੱਥੋਂ ਉਹ ਕਨਾਨ ਦੇਸ਼ ਵਿੱਚ ਪ੍ਰਵੇਸ਼ ਹੋ ਸਕਦੇ ਸੀ। ਆਓ ਅਸੀਂ ਵਚਨ 20 ਨਾਲ ਜਾਰੀ ਰੱਖੀਏ। ਫਿਰ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਅਮੋਰੀਆ ਦੇ ਪਹਾੜੀ ਦੇਸ਼ ਕੋਲ ਪੁੱਜੇ ਹੋ, ਜਿਹੜਾ ਯਹੋਵਾ ਸਾਡਾ ਪਰਮੇਸ਼ਵਰ ਸਾਨੂੰ ਦਿੰਦਾ ਹੈ। ਵੇਖੋ, ਯਹੋਵਾ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਅੱਗੇ ਇਹ ਧਰਤੀ ਰੱਖੀ ਹੈ। ਚੜ੍ਹ ਜਾਓ ਅਤੇ ਕਬਜ਼ਾ ਕਰੋ, ਜਿਵੇਂ ਯਹੋਵਾ ਤੁਹਾਡੇ ਪਿਓ ਦਾਦਿਆਂ ਦਾ ਪਰਮੇਸ਼ਵਰ ਤੁਹਾਨੂੰ ਬੋਲਿਆ ਹੈ। ਹੁਣ ਆਓ ਇਸ ਉੱਤੇ ਚੜ੍ਹੀਏ ਅਤੇ ਇਸ ਉੱਤੇ ਕਬਜ਼ਾ ਕਰੀਏ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਉਸ ਧਰਤੀ ਦਾ ਵਾਅਦਾ ਕੀਤਾ ਹੈ। ਇਸ ਗੱਲ ਨਾਲ ਮੂਸਾ ਨੇ ਇਜ਼ਰਾਈਲੀਆਂ ਨੂੰ ਉਤਸ਼ਾਹਿਤ ਕੀਤਾ, ਨਾ ਡਰੋ ਅਤੇ ਨਾ ਘਬਰੋ। ਵਚਨ 22, ਉਪਰੰਤ ਤੁਸੀਂ ਸਾਰਿਆਂ ਨੇ ਮੇਰੇ ਕੋਲ ਆਣ ਕੇ ਮੈਨੂੰ ਆਖਿਆ ਸੀ ਕਿ ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਘੱਲੀਏ ਕਿ ਉਹ ਸਾਡੇ ਲਈ ਧਰਤੀ ਦੀ ਭਾਲ ਕਰਨ ਅਤੇ ਸਾਨੂੰ ਉਸ ਰਾਹ ਦਾ ਜਿਹਦੇ ਵਿੱਚ ਅਸਾਂ ਉਤਾਂਹ ਜਾਣਾ ਹੈ ਅਤੇ ਉਹਨਾਂ ਸ਼ਹਿਰਾਂ ਦਾ ਜਿਨ੍ਹਾਂ ਵਿੱਚ ਅਸਾਂ ਪੁੱਜਣਾ ਹੈ ਪਤਾ ਦੇਣ। ਇਹ ਗੱਲ ਮੈਨੂੰ ਚੰਗੀ ਲੱਗੀ ਤਾਂ ਮੈਂ ਤੁਹਾਡੇ ਵਿੱਚੋਂ 12 ਮਨੁੱਖ ਹਰ ਗੋਤ ਤੋਂ ਇੱਕ-ਇੱਕ ਕਰਕੇ ਲਏ। ਉਹ ਮੁੜ ਕੇ ਪਹਾੜੀ ਦੇਸ਼ ਉੱਤੇ ਚੜ੍ਹ ਗਏ ਅਤੇ ਉਸ਼ਕੋਲ ਦੀ ਵਾਦੀ ਵਿੱਚ ਪੁੱਜ ਕੇ ਉਹਦਾ ਖੋਜ ਕੱਢਿਆ। ਉਹ ਆਪਣੇ ਹੱਥਾਂ ਵਿੱਚ ਉਸ ਦੇਸ਼ ਦੇ ਫਲ ਲੈ ਕੇ ਸਾਡੇ ਕੋਲ ਲਿਆਏ ਅਤੇ ਸਾਨੂੰ ਖਬਰ ਦਿੱਤੀ ਅਤੇ ਆਖਿਆ ਕਿ ਉਹ ਧਰਤੀ ਚੰਗੀ ਹੈ ਕਿ ਜਿਹੜੀ ਯਹੋਵਾ ਸਾਨੂੰ ਦਿੰਦਾ ਹੈ। ਪਰ ਤੁਸੀਂ ਕੀ ਕੀਤਾ? ਉਤਾਂਹ ਜਾਣਾ ਨਹੀਂ ਚਾਹੁੰਦੇ ਸਗੋਂ ਇਹ ਉਹ ਦੇਸ਼ ਸੀ ਜਿਸ ਦਾ ਵਾਅਦਾ ਪਰਮੇਸ਼ਵਰ ਨੇ ਇਜ਼ਰਾਈਲੀਆਂ ਨਾਲ ਕੀਤਾ ਸੀ। ਪਰ ਗਿਣਤੀ ਅਧਿਆਇ 14 ਵਿੱਚ ਯਹੋਸ਼ੂਆ ਅਤੇ ਕਾਲੇਬ ਨੂੰ ਛੱਡ ਕੇ ਸਾਰੇ ਜਾਸੂਸਾਂ ਨੇ ਦੇਸ਼ ਬਾਰੇ ਬੁਰੀ ਖਬਰ ਫੈਲਾਈ। ਕੀ ਹੁੰਦਾ ਜੇਕਰ ਉਹ ਕਾਦੇਸ਼ ਬਰਨੇਆ ਦੇਸ਼ ਤੋਂ ਤੁਰੰਤ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਦੇ? ਸ਼ਾਇਦ ਯੁੱਧ ਹੋ ਸਕਦਾ ਸੀ, ਕੋਈ ਬਗਾਵਤ ਹੋ ਸਕਦੀ ਸੀ, ਪਰ ਇਹ
ਉਹ ਥਾਂ ਸੀ ਜਿਸ ਨੂੰ ਪਰਮੇਸ਼ਵਰ ਨੇ ਉਹਨਾਂ ਲਈ ਨਿਯੁਕਤ ਕੀਤਾ ਸੀ। ਜੇਕਰ ਪਰਮੇਸ਼ਵਰ ਨੇ ਇਜ਼ਰਾਈਲੀਆਂ ਲਈ ਇੱਕ ਜਗ੍ਹਾ ਨਿਯੁਕਤ ਕੀਤੀ ਹੈ, ਤਦ ਕੀ ਉਹ ਜਗ੍ਹਾ ਇਜ਼ਰਾਈਲੀਆਂ ਲਈ ਸਭ ਤੋਂ ਵਧੀਆ ਨਹੀਂ ਹੋਵੇਗੀ? ਸਾਰੇ ਲੋਕੋ, ਇਹ ਸਾਰੇ ਵਾਅਦੇ ਕਿਸ ਨੇ ਕੀਤੇ? ਉਹ ਵਾਅਦੇ ਲੋਕਾਂ ਦੇ ਕਿਸੇ ਗੋਤ ਦੇ ਆਗੂਆਂ ਦੁਆਰਾ ਨਹੀਂ ਕੀਤੇ ਗਏ ਸੀ, ਇਹ ਪਰਮੇਸ਼ਵਰ ਨੇ ਕੀਤੇ ਸੀ। ਇਸ ਲਈ ਇਸ ਯੁੱਗ ਵਿੱਚ ਸਾਨੂੰ ਵੀ ਪੂਰੀ ਤਰ੍ਹਾਂ ਵਿਸ਼ਵਾਸ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ। ਬੇਸ਼ੱਕ ਚੀਜ਼ਾਂ ਨੂੰ ਸਾਵਧਾਨੀ ਨਾਲ ਕਰਨਾ ਚੰਗਾ ਹੈ, ਪਰ ਜੇਕਰ ਇਹ ਕੁਝ ਅਜਿਹਾ ਹੈ ਜੋ ਪਰਮੇਸ਼ਵਰ ਨੇ ਨਿਯੁਕਤ ਕੀਤਾ ਹੈ, ਤਦ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਦੇ ਅੱਗੇ ਵਧਣਾ ਚਾਹੀਦਾ ਹੈ। ਇਹ ਸਭ ਤੋਂ ਬੁੱਧੀਮਾਨ ਅਤੇ ਹੁਸ਼ਿਆਰ ਤਰੀਕੇ ਨਾਲ ਖੁਸ਼ਖਬਰੀ ਲਈ ਕੰਮ ਕਰਨ ਦਾ ਭੇਤ ਹੈ। ਡਰ ਦੇ ਕਾਰਨ ਜੰਗਲ ਵਿੱਚ 6 ਲੱਖ ਲੋਕ ਮਰ ਗਏ। ਡਰ ਉਹ ਕਾਰਨ ਬਣ ਗਿਆ ਜਿਸ ਨੇ ਇਜ਼ਰਾਈਲੀਆਂ ਨੂੰ 40 ਸਾਲਾਂ ਲਈ ਜੰਗਲ ਵਿੱਚ ਭਟਕਾਇਆ। ਇਸ ਡਰੇ ਹੋਏ ਮਨ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਕਾਰਨ ਸਾਨੂੰ ਇਸ ਯੁੱਗ ਵਿੱਚ ਆਪਣੀ ਆਤਮਿਕ ਅਵਸਥਾ ਵਿੱਚ ਆਪਣੇ ਸਾਰੇ ਡਰਾਂ ਨੂੰ ਦੂਰ ਕਰਨਾ ਚਾਹੀਦਾ ਹੈ। ਆਓ ਅਸੀਂ ਉਸ ਦ੍ਰਿਸ਼ ਉੱਤੇ ਨਜ਼ਰ ਮਾਰੀਏ ਜਿੱਥੇ ਪਰਮੇਸ਼ਵਰ ਸਾਨੂੰ ਇਹ ਸਿਖਾਉਂਦੇ ਹਨ। ਆਓ ਅਸੀਂ ਗਿਣਤੀ ਅਧਿਆਇ 14 ਖੋਲੀਏ। ਜਦੋਂ ਅਸੀਂ ਅਧਿਆਇ 14 ਵਚਨ 1 ਉੱਤੇ ਇੱਕ ਨਜ਼ਰ ਪਾਈਏ ਤਾਂ ਸਾਰੀ ਮੰਡਲੀ ਨੇ ਆਪਣੀ ਆਵਾਜ਼ ਉੱਚੀ ਦਿੱਤੀ, ਚੀਕ ਚਿਹਾੜਾ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ। ਅਤੇ ਸਾਰੇ ਇਜ਼ਰਾਈਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜਬੁੜਾਏ ਅਤੇ ਸਾਰੀ ਮੰਡਲੀ ਨੇ ਉਹਨਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ਼ ਵਿੱਚ ਮਰ ਜਾਂਦੇ ਅਥਵਾ ਇਸ ਉਜਾੜ ਵਿੱਚ ਮਰ ਮੁੱਕਦੇ। ਜੋ ਲੋਕ ਹਰ ਸਮੇਂ ਬੁੜਬੁੜਾਉਂਦੇ ਹਨ ਉਹ ਹਮੇਸ਼ਾ ਡਰਦੇ ਹਨ ਅਤੇ ਉਹਨਾਂ ਵਿੱਚ ਹਿੰਮਤ ਨਹੀਂ ਹੁੰਦੀ। ਅੱਜ ਸਾਨੂੰ ਆਪਣੇ ਆਪ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਮੈਂ ਆਪਣੇ ਵਿਸ਼ਵਾਸ ਦਾ ਜੀਵਨ ਜਿਉਂਦੇ ਹੋਏ ਅਕਸਰ ਬੁੜਬੁੜਾਉਂਦਾ ਹਾਂ, ਜਾਂ ਕਿ ਮੈਂ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਕਰਦਾ ਹਾਂ ਅਤੇ ਖੁਸ਼ਖਬਰੀ ਦੇ ਸਾਰੇ ਕੰਮ ਨੂੰ ਹਿੰਮਤ ਨਾਲ ਕਰਦਾ ਹਾਂ। ਆਓ ਅਸੀਂ ਵਚਨ 3 ਨਾਲ ਜਾਰੀ ਰੱਖੀਏ। ਯਹੋਵਾ ਸਾਨੂੰ ਕਾਹਨੂੰ ਇਸ ਦੇਸ਼ ਵਿੱਚ ਲਿਆਇਆ ਭਈ ਅਸੀਂ ਤੇਗ ਨਾਲ ਡਿੱਗੀਏ ਅਤੇ ਸਾਡੀਆਂ ਤੀਵੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ? ਕਿ ਸਾਡੇ ਲਈ ਚੰਗਾ ਨਹੀਂ ਕਿ ਅਸੀਂ ਮਿਸਰ ਨੂੰ ਮੁੜ ਜਾਈਏ? ਤਾਂ ਉਹ ਇੱਕ ਦੂਜੇ ਨੂੰ ਆਖਣ ਲੱਗੇ, ਭਾਈ ਅਸੀਂ ਇੱਕ ਸਰਦਾਰ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ। ਤਾਂ ਮੂਸਾ ਅਤੇ ਹਾਰੂਨ ਆਪਣੇ ਮੂੰਹਾਂ ਭਾਰ ਇਜ਼ਰਾਈਲੀਆਂ ਦੀ ਮੰਡਲੀ ਦੀ ਸਭਾ ਅੱਗੇ ਡਿੱਗ ਪਏ। ਫਿਰ ਤਾਂ ਨੂਨ ਦਾ ਪੁੱਤਰ ਯਹੋਸ਼ੂਆ ਅਤੇ ਯਫੂਨਾ ਦੇ ਪੁੱਤਰ ਕਾਲੇਬ ਨੂੰ, ਜਿਹੜੇ ਧਰਤੀ ਦਾ ਖੋਜ ਕੱਢਣ ਵਾਲਿਆਂ ਵਿੱਚੋਂ ਸਨ, ਆਪਣੇ ਕੱਪੜੇ ਪਾੜੇ ਅਤੇ ਉਹਨਾਂ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜਿਹਦੇ ਵਿੱਚ ਦੀ ਅਸੀਂ ਖੋਜ ਕਰਨ ਦੇ ਲਈ ਲੰਘੇ ਡਾਢੀ ਹੀ ਚੰਗੀ ਹੈ। ਜੇ ਯਹੋਵਾ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਇਸ ਧਰਤੀ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। ਕੇਵਲ ਨਾ ਤਾਂ ਤੁਸੀਂ ਯਹੋਵਾ ਦੇ ਵਿਰੁੱਧ ਆਕੀ ਹੋਵੋ, ਨਾ ਹੀ ਤੁਸੀਂ ਉਸ ਦੇਸ਼ ਦੇ ਲੋਕਾਂ ਤੋਂ ਡਰੋ, ਕਿਉਂ ਜੋ ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ। ਉਹਨਾਂ ਦੀ ਰੱਛਿਆ ਉਹਨਾਂ ਦੇ ਉੱਤੇ ਜਾਂਦੀ ਰਹੀ ਹੈ ਅਤੇ ਯਹੋਵਾ ਸਾਡੇ ਨਾਲ ਹੈ, ਉਹਨਾਂ ਤੋਂ ਤੁਸੀਂ ਨਾ ਡਰੋ। ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਹਨਾਂ ਨੂੰ ਪੱਥਰਾਂ ਨਾਲ ਮਾਰੀਏ, ਤਦ ਯਹੋਵਾ ਦਾ ਪ੍ਰਤਾਪ ਸਾਰੇ ਇਜ਼ਰਾਈਲੀਆਂ ਉੱਤੇ ਮੰਡਲੀ ਦੇ ਤੰਬੂ ਵਿੱਚ ਪ੍ਰਗਟ ਹੋਇਆ। ਇਹਨਾਂ ਵਚਨਾਂ ਵਿੱਚ ਪਰਮੇਸ਼ਵਰ ਨੇ ਉਹਨਾਂ ਲੋਕਾਂ ਵਿੱਚ ਅੰਤਰ ਕੀਤਾ ਜੋ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨਗੇ ਅਤੇ ਜਿਹੜੇ ਨਹੀਂ ਕਰਨਗੇ। ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਿਨ੍ਹਾਂ ਕੋਲ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੀ ਹਿੰਮਤ ਸੀ, ਪਰ ਉਹਨਾਂ ਲੋਕਾਂ ਨੂੰ ਵੱਖ ਕਰ ਦਿੱਤਾ ਜੋ ਡਰ ਨਾਲ ਕੰਬਦੇ ਸੀ। ਆਤਮਿਕ ਦ੍ਰਿਸ਼ਟੀਕੋਣ ਤੋਂ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦਾ ਅਰਥ ਹੈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ। ਅਸੀਂ ਉਸ ਯੁੱਗ ਵਿੱਚ ਜੀ ਰਹੇ ਹਾਂ ਜਦੋਂ ਪਰਮੇਸ਼ਵਰ ਦਾ ਰਾਜ ਬਹੁਤ ਨੇੜੇ ਹੈ। ਤਦ ਇਸ ਯੁੱਗ ਵਿੱਚ ਸਾਡੇ ਕੋਲ ਵਿਸ਼ਵਾਸ ਦਾ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ? ਜਦੋਂ ਪਰਮੇਸ਼ਵਰ ਕਹਿੰਦੇ ਹਨ ਸਾਮਰੀਆ ਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰੋ, ਤਦ ਇਸ ਵਜ੍ਹਾ ਨਾਲ ਨਿਰਾਸ਼ ਨਾ ਹੋਵੋ ਜਾਂ ਹਾਰ ਨਾ ਮੰਨੋ ਕਿਉਂਕਿ ਤੁਸੀਂ ਲੋਕਾਂ ਤੋਂ ਡਰਦੇ ਹੋ, ਵਾਤਾਵਰਣ ਤੋਂ ਡਰਦੇ ਹੋ ਜਾਂ ਹਾਲਾਤਾਂ ਤੋਂ ਡਰਦੇ ਹੋ। ਇਸ ਦੀ ਬਜਾਏ ਜੇਕਰ ਅਸੀਂ ਪਰਮੇਸ਼ਵਰ ਦੇ ਵਾਅਦੇ ਦੇ ਵਚਨ ਦਾ ਪਾਲਨ ਕਰਦੇ ਹਾਂ ਤਦ ਉਹਨਾਂ ਦਾ ਕੰਮ ਹੋਵੇਗਾ। ਗਿਣਤੀ ਅਧਿਆਇ 14 ਵਿੱਚ ਯਹੋਸ਼ੂਆ ਅਤੇ ਕਾਲਿਬ ਨੇ ਇਜ਼ਰਾਈਲੀਆਂ ਨੂੰ ਉਤਸ਼ਾਹਿਤ ਕੀਤਾ, ਪਰ ਹੋਰ 10 ਜਸੂਸਾਂ ਨੇ ਸਿਰਫ ਨਿਰਾਸ਼ਾਜਨਕ ਸ਼ਬਦ ਕਹੇ। ਉਹਨਾਂ ਦੁਆਰਾ ਕਹੇ ਗਏ ਸ਼ਬਦ ਉਹਨਾਂ ਚੀਜ਼ਾਂ ਨਾਲ ਭਰੇ ਹੋਏ ਸੀ ਜਿਨ੍ਹਾਂ ਵਿੱਚ ਕੋਈ ਹਿੰਮਤ ਨਹੀਂ ਸੀ, ਜਿਨ੍ਹਾਂ ਵਿੱਚ ਕੋਈ ਬਹਾਦਰੀ ਨਹੀਂ ਸੀ ਅਤੇ ਜਿਨ੍ਹਾਂ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ। ਆਓ ਅਸੀਂ ਉਸ ਸਮੇਂ ਕੀਤੇ ਗਏ ਪਰਮੇਸ਼ਵਰ ਦੇ ਨਿਆਂ ਉੱਤੇ ਇੱਕ ਨਜ਼ਰ ਪਾਈਏ। ਅਜਿਹਾ ਕਰਦੇ ਹੋਏ ਸਾਨੂੰ ਇਹ ਮਨ ਵਿੱਚ ਰੱਖਣਾ ਚਾਹੀਦਾ ਹੈ ਕਿ ਆਤਮਿਕ ਤੌਰ ਤੇ ਪਰਮੇਸ਼ਵਰ ਇਸ ਯੁੱਗ ਵਿੱਚ ਵੀ ਉਹੀ ਨਿਆਂ ਦੇ ਰਹੇ ਹਨ। ਆਓ ਅਸੀਂ ਵਚਨ 11 ਨਾਲ ਜਾਰੀ ਰੱਖੀਏ।
ਤਾਂ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਇਹ ਪ੍ਰਜਾ ਕਦ ਤੱਕ ਮੇਰੀ ਨਿਰਾਦਰੀ ਕਰਦੀ ਰਹੇਗੀ ਅਤੇ ਕਦ ਤੱਕ ਮੇਰੇ ਉੱਤੇ ਉਹਨਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੇ ਮੈਂ ਉਹਨਾਂ ਵਿੱਚ ਕੀਤੇ ਪ੍ਰਤੀਤ ਨਾ ਕਰੇਗੀ। ਮੈਂ ਉਹਨਾਂ ਨੂੰ ਮਰੀ ਨਾਲ ਮਾਰਾਂਗਾ, ਮੈਂ ਉਹਨਾਂ ਨੂੰ ਵਿਰਸੇ ਤੋਂ ਖਾਰਜ ਕਰਾਂਗਾ ਅਤੇ ਤੈਨੂੰ ਇੱਕ ਕੌਮ ਉਹਨਾਂ ਤੋਂ ਵੱਡੀ ਅਤੇ ਬਲਵੰਤ ਬਣਾਵਾਂਗਾ। ਪਰ ਮੂਸਾ ਨੇ ਯਹੋਵਾ ਨੂੰ ਆਖਿਆ, ਮਿਸਰੀ ਸੁਣਨਗੇ ਕਿਉਂ ਜੋ ਤੂੰ ਇਸ ਪ੍ਰਜਾ ਨੂੰ ਆਪਣੇ ਬਲ ਨਾਲ ਉਹਨਾਂ ਦੇ ਵਿੱਚੋਂ ਕੱਢ ਲਿਆਇਆ ਹੈ ਅਤੇ ਉਹ ਇਸ ਦੇਸ਼ ਦੇ ਵਸਨੀਕਾਂ ਨੂੰ ਦੱਸਣਗੇ, ਉਹਨਾਂ ਨੇ ਸੁਣਿਆ ਹੈ ਕਿ ਤੂੰ ਯਹੋਵਾ ਇਸ ਪ੍ਰਜਾ ਦੇ ਵਿੱਚ ਹੈ ਅਤੇ ਤੂੰ ਯਹੋਵਾ ਉਹਨਾਂ ਨੂੰ ਆਮੋ ਸਾਹਮਣੇ ਵਿਖਾਈ ਦਿੰਦਾ ਹੈ ਅਤੇ ਤੇਰਾ ਬੱਦਲ ਉਹਨਾਂ ਦੇ ਉੱਤੇ ਖੜਾ ਰਹਿੰਦਾ ਹੈ ਅਤੇ ਤੂੰ ਉਹਨਾਂ ਦੇ ਅੱਗੇ ਅੱਗੇ ਦਿਨ ਨੂੰ ਬੱਦਲ ਦੇ ਥੰਮ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ ਵਿੱਚ ਚੱਲਦਾ ਹੈ। ਜੇ ਤੂੰ ਇਸ ਪ੍ਰਜਾ ਨੂੰ ਇੱਕ ਮਨੁੱਖ ਵਾਂਗੂ ਮਾਰ ਸੁੱਟੇ ਤਾਂ ਕੌਮਾਂ ਜਿਨ੍ਹਾਂ ਨੇ ਤੇਰੀ ਮਸ਼ਹੂਰੀ ਸੁਣੀ ਹੈ ਆਖਣਗੀਆਂ, ਇਸ ਲਈ ਕਿ ਯਹੋਵਾ ਇਸ ਪ੍ਰਜਾ ਨੂੰ ਉਸ ਦੇਸ਼ ਵਿੱਚ ਪਹੁੰਚਾ ਨਾ ਸਕਿਆ ਜੇ ਤੇ ਦੇਣ ਦੀ ਸਹੁੰ ਖਾਧੀ ਸੀ, ਤਾਂ ਹੀ ਤਾਂ ਉਸ ਨੇ ਉਹਨਾਂ ਨੂੰ ਉਜਾੜ ਵਿੱਚ ਬਰਬਾਦ ਕੀਤਾ। ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ, ਜਿਵੇਂ ਤੂੰ ਬੋਲਿਆ ਹੈ ਕਿ ਯਹੋਵਾ ਕ੍ਰੋਧ ਵਿੱਚ ਧੀਰਜੀ ਅਤੇ ਭਲਾਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖਸ਼ਣਹਾਰ ਹੈ, ਪਰ ਕੁਧਰਮੀ ਨੂੰ ਐਵੇਂ ਹੀ ਨਹੀਂ ਛੱਡ ਦਿੰਦਾ। ਉਹ ਪੇਵਾਂ ਦੇ ਕੁਧਰਮ ਦਾ ਉਹਨਾਂ ਦੇ ਪੁੱਤਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਹਾਰਾ ਹੈ। ਆਪਣੀ ਵੱਡੀ ਦਇਆ ਦੇ ਅਨੁਸਾਰ ਜਿਵੇਂ ਤੈਂ ਇਸ ਪ੍ਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੱਕ ਬਖਸ਼ਿਆ ਹੈ, ਇਹਨਾਂ ਦਾ ਕੁਧਰਮ ਮਾਫ ਕਰ ਦੇ। ਵਚਨ ਵੀ ਕਹਿੰਦਾ ਹੈ, ਤਾਂ ਯਹੋਵਾ ਨੇ ਆਖਿਆ, ਤੇਰੇ ਆਖਣ ਅਨੁਸਾਰ ਮੈਂ ਉਹਨਾਂ ਨੂੰ ਮਾਫ ਕੀਤਾ, ਪਰ ਮੇਰੀ ਜਿੰਦ ਦੀ ਸਹੁੰ ਯਹੋਵਾ ਦੇ ਪ੍ਰਤਾਪ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ। ਫਿਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੇ ਪ੍ਰਤਾਪ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੱਕ 10 ਵਾਰ ਪਰਤਾਇਆ ਅਤੇ ਮੇਰੀ ਆਵਾਜ਼ ਨਹੀਂ ਸੁਣੀ, ਉਹ ਉੱਕਾ ਹੀ ਉਸ ਧਰਤੀ ਨੂੰ ਨਾ ਵੇਖਣਗੇ ਜਿਹਦੀ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਸਹੁੰ ਖਾਧੀ ਸੀ, ਅਤੇ ਨਾ ਹੀ ਉਹ ਸਾਰੇ ਜਿਨ੍ਹਾਂ ਮੇਰੀ ਹਾਨੀ ਕੀਤੀ ਉਹਨੂੰ ਵੇਖਣਗੇ। ਪਰ ਮੇਰਾ ਸੇਵਕ ਕਾਲੇਬ ਉਸ ਦੀ ਅੰਸ਼ ਇਸ ਉੱਤੇ ਕਬਜ਼ਾ ਕਰੇਗੀ, ਇਸ ਲਈ ਕਿ ਉਹਦੇ ਵਿੱਚ ਹੋਰ ਮਜਾਜ ਹੈ ਅਤੇ ਉਹ ਪੂਰੀ ਤਰ੍ਹਾਂ ਮੇਰੇ ਪਿੱਛੇ ਚੱਲਿਆ ਹੈ। ਮੈਂ ਉਸ ਨੂੰ ਹੀ ਇਸ ਧਰਤੀ ਵਿੱਚ ਜਿਹਦੇ ਵਿੱਚ ਉਹ ਗਿਆ ਸੀ ਲਿਆਵਾਂਗਾ। ਇਹ ਉਹ ਦ੍ਰਿਸ਼ ਹੈ ਜਿੱਥੇ ਪਰਮੇਸ਼ਵਰ ਨੇ ਸਿਰਫ ਯਹੋਸ਼ੂਆ ਅਤੇ ਕਾਲੇਬ ਨੂੰ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਸੀ। ਆਓ ਅਸੀਂ ਵਚਨ 26 ਉੱਤੇ ਜਾਈਏ। ਤਾਂ ਯਹੋਵਾ ਮੂਸਾ ਤੇ ਹਾਰੂਨ ਨਾਲ ਬੋਲਿਆ ਕਿ ਕਦ ਤੱਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜਬੁੜਾਉਂਦੀ ਹੈ। ਇਜ਼ਰਾਈਲੀਆਂ ਦੀ ਇਸ ਬੁੜਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜਬੁੜ ਕਰਦੇ ਹਨ ਮੈਂ ਸੁਣਿਆ ਹੈ। ਉਹਨਾਂ ਨੂੰ ਆਖੋ ਕਿ ਮੈਨੂੰ ਜਾਨ ਦੀ ਸਹੁੰ ਯਹੋਵਾ ਦਾ ਵਾਕ ਹੈ, ਸੱਚਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਤਿਵੇਂ ਹੀ ਮੈਂ ਤੁਹਾਡੇ ਨਾਲ ਕਰਾਂਗਾ। ਇਸੇ ਉਜਾੜ ਵਿੱਚ ਤੁਹਾਡੀਆਂ ਲੋਥਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ 20 ਵਰ੍ਹਿਆਂ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜਬੁੜਾਏ, ਤੁਸਾਂ ਉੱਕਾ ਹੀ ਇਸ ਦੇਸ਼ ਵਿੱਚ ਨਾ ਵੜੋਗੇ ਜਿਹਦੀ ਮੈਂ ਸਹੁੰ ਖਾਧੀ ਸੀ, ਭਈ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ। ਯਫੁੰਨੇ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਤੋਂ ਛੁੱਟ। ਇਸ ਤਰ੍ਹਾਂ ਪਰਮੇਸ਼ਵਰ ਨੇ ਨਿਆਂ ਕੀਤਾ। ਯਹੋਸ਼ੂਆ ਅਤੇ ਕਾਲੇਬ ਨੂੰ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਸੀ ਅਤੇ ਇਜ਼ਰਾਈਲੀਆਂ ਨੂੰ ਪਰਮੇਸ਼ਵਰ ਦੀ ਇੱਛਾ ਦੱਸਣ ਦੀ ਥਾਂ ਉੱਤੇ ਖੜੇ ਹੋਣ ਦੀ ਹਿੰਮਤ ਸੀ। ਦੂਜੇ ਪਾਸੇ ਬਾਕੀ 10 ਜਸੂਸਾਂ ਨੇ ਪਰਮੇਸ਼ਵਰ ਦੇ ਵਾਅਦੇ ਅਤੇ ਉਹਨਾਂ ਦੀ ਸ਼ਕਤੀ ਦੀ ਅਣਆਗਿਆਕਾਰੀ ਕੀਤੀ, ਕਿਉਂਕਿ ਉਹਨਾਂ ਦੇ ਸਾਹਮਣੇ ਡਰ ਅਤੇ ਦਹਿਸ਼ਤ ਸੀ। ਇਸ ਲਈ ਉਹਨਾਂ ਨੇ ਕਿਹਾ, ਉਹ ਅਸੀਂ ਸਾਰੇ ਮਾਰੇ ਜਾਵਾਂਗੇ। ਸਾਡੇ ਦੁਸ਼ਮਣ ਵੱਡੇ ਕੱਦ ਦੇ ਹਨ ਅਤੇ ਅਸੀਂ ਟਿੱਡੀਆਂ ਵਰਗੇ ਹਾਂ। ਭਾਵੇਂ ਅਸੀਂ ਉਹਨਾਂ ਖਿਲਾਫ ਲੜਨ ਦੀ ਕੋਸ਼ਿਸ਼ ਕਰੀਏ, ਪਰ ਇਹ ਸਪਸ਼ਟ ਹੈ ਕਿ ਅਸੀਂ ਹਾਰ ਜਾਵਾਂਗੇ। 10 ਜਸੂਸਾਂ ਨੇ ਪਰਮੇਸ਼ਵਰ ਦੇ ਵਾਅਦੇ ਨੂੰ ਛੱਡ ਦਿੱਤਾ ਜੋ ਉਹਨਾਂ ਨੂੰ ਉਹ ਦੇਸ਼ ਦੇਣ ਵਾਲੇ ਸੀ, ਅਤੇ ਇਸ ਦੇ ਬਜਾਏ ਲੋਕਾਂ ਵਿਚਕਾਰ ਆਪਣੇ ਵਿਚਾਰ ਫੈਲਾਏ। ਯਹੋਸ਼ੂਆ ਦੇ ਵਚਨ ਕਿੰਨੇ ਵੀ ਵਿਸ਼ਵਾਸਯੋਗ ਅਤੇ ਨਿਡਰ ਕਿਉਂ ਨਾ ਸੀ, ਲੋਕਾਂ ਨੇ ਉਸ ਦੀ ਨਹੀਂ ਸੁਣੀ। ਜਦੋਂ ਉਹ ਕਨਾਨ ਦੀ ਸੀਮਾ ਉੱਤੇ ਸੀ ਤਦ ਉਹਨਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਹ ਸਭ ਉਸ ਸਮੇਂ ਤੋਂ ਸ਼ੁਰੂ ਹੋਇਆ ਜਦੋਂ ਜਸੂਸਾਂ ਨੂੰ ਪਹਿਲਾਂ ਦੇਸ਼ ਦਾ ਭੇਤ ਲੈਣ ਲਈ ਭੇਜਿਆ ਗਿਆ ਸੀ। ਜਿਵੇਂ ਕਿ ਅਸੀਂ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਨੂੰ ਦੇਖਦੇ ਹਾਂ, ਤਦ ਆਓ ਅਸੀਂ ਆਪਣੇ ਦਿਲਾਂ ਉੱਤੇ ਉਕਾਰੀ ਕਰੀਏ ਕਿ ਜਦੋਂ ਅਸੀਂ ਡਰ ਅਤੇ ਕਾਇਰਤਾ ਦੇ ਵਿਚਕਾਰ ਹੁੰਦੇ ਹਾਂ, ਜਿੱਥੇ ਕੋਈ ਵਿਸ਼ਵਾਸ ਨਹੀਂ ਹੁੰਦਾ, ਤਦ ਕਿਸ ਪ੍ਰਕਾਰ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਆਤਮਾਵਾਂ ਨੂੰ ਬਚਾਉਣਾ ਅਤੇ ਪ੍ਰਚਾਰ ਕਰਨਾ ਆਤਮਿਕ ਲੜਾਈ ਵਿੱਚ ਲੜਨਾ ਹੈ ਨਾ? ਇਹ ਇੱਕ ਆਤਮਿਕ ਲੜਾਈ ਹੈ ਜਿੱਥੇ ਸ਼ੈਤਾਨ ਇੱਕ ਹੋਰ ਆਤਮਾ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ
ਅਸੀਂ ਇੱਕ ਹੋਰ ਆਤਮਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਸਾਡੇ ਕੋਲ ਡਰ ਹੈ ਤਦ ਅਸੀਂ ਕਦੇ ਜਿੱਤ ਨਹੀਂ ਸਕਾਂਗੇ। ਅੱਜ ਅਸੀਂ ਪੁਸ਼ਟੀ ਕੀਤੀ ਹੈ ਕਿ ਪਰਮੇਸ਼ਵਰ ਉੱਤੇ ਸਾਡਾ ਪੂਰਨ ਵਿਸ਼ਵਾਸ ਹੀ ਇੱਕ ਪ੍ਰੇਰਕ ਸ਼ਕਤੀ ਹੈ ਜੋ ਸਾਨੂੰ ਜਿੱਤ ਵੱਲ ਲੈ ਜਾਂਦੀ ਹੈ। ਆਓ ਅਸੀਂ ਵਚਨ 32 ਉੱਤੇ ਇੱਕ ਨਜ਼ਰ ਪਾਈਏ। ਪਰ ਤੁਹਾਡੀਆਂ ਲੋਥਾਂ ਇਸ ਉਜਾੜ ਵਿੱਚ ਡਿੱਗ ਪੈਣਗੀਆਂ, ਇਹ ਤੁਹਾਡੇ ਲਈ ਹੈ। ਤੁਹਾਡੇ ਪੁੱਤਰ ਉਜਾੜ ਵਿੱਚ ਉਹ ਕਿੰਨੇ ਵਰਿਆਂ ਤੱਕ ਅਯਾਲੀ ਕਰਦੇ ਰਹਿਣਗੇ? 40 ਵਰਿਆਂ ਤੱਕ ਅਯਾਲੀ ਹੋਣਗੇ ਅਤੇ ਤੁਹਾਡੇ ਛਨਾਲੇ ਦੀ ਸਜ਼ਾ ਚੁੱਕਣਗੇ ਜਦ ਤੱਕ ਤੁਹਾਡੀਆਂ ਲੋਥਾਂ ਉਜਾੜ ਵਿੱਚ ਗਲ ਸੜ ਨਾ ਜਾਣ। ਇਹ ਡਰਨ ਅਤੇ ਹਿੰਮਤ ਨਾ ਕਰਨ ਦਾ ਨਤੀਜਾ ਸੀ। ਉਹ 40 ਸਾਲਾਂ ਤੱਕ ਜੰਗਲ ਵਿੱਚ ਭਟਕਦੇ ਰਹੇ ਅਤੇ ਅੰਤ ਵਿੱਚ ਉਹ ਇੱਕ ਬਹੁਤ ਹੀ ਮੰਦਭਾਗੀ ਸਥਿਤੀ ਵਿੱਚ ਸੀ ਜਿੱਥੇ ਉਹ ਜੰਗਲ ਵਿੱਚ ਨਸ਼ਟ ਹੋ ਗਏ। ਜਦੋਂ ਪਰਮੇਸ਼ਵਰ ਕਹਿੰਦੇ ਹਨ ਹਿੰਮਤ ਰੱਖੋ, ਤਦ ਉਹ ਸਾਨੂੰ ਬਿਨਾਂ ਕਿਸੇ ਕਾਰਨ ਦੇ ਹਿੰਮਤੀ ਹੋਣ ਲਈ ਨਹੀਂ ਕਹਿੰਦੇ। ਪਰਮੇਸ਼ਵਰ ਉਹਨਾਂ ਸਾਰੇ ਕੰਮਾਂ ਦੀ ਅਗਵਾਈ ਕਰ ਰਹੇ ਸੀ ਜਿਸ ਨੇ ਅੰਤ ਵਿੱਚ ਇਜ਼ਰਾਈਲੀਆਂ ਨੂੰ ਵੱਡੇ ਕੱਦ ਵਾਲੇ ਲੋਕਾਂ ਨੂੰ ਨਸ਼ਟ ਕਰਨ ਦਿੱਤਾ ਜਿਨ੍ਹਾਂ ਤੋਂ ਉਹ ਡਰਦੇ ਸੀ। ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਸਾਹਮਣੇ ਕੀ ਹੋ ਰਿਹਾ ਹੈ। ਨਾ ਡਰੋ, ਨਿਰਾਸ਼ ਨਾ ਹੋਵੋ, ਮੈਂ ਤੁਹਾਡੇ ਸੰਗ ਹਾਂ। ਸਾਰੇ ਲੋਕੋ, ਇਹ ਸਾਡੇ ਵਿਸ਼ਵਾਸ ਲਈ ਨਿਸ਼ਚਿਤ ਰੂਪ ਨਾਲ ਜ਼ਰੂਰੀ ਹੈ ਕਿ ਮੈਨੂੰ ਉਸ ਆਤਮਾ ਨੂੰ ਬਚਾਉਣਾ ਚਾਹੀਦਾ ਹੈ ਜਾਂ ਨਹੀਂ। ਜੇਕਰ ਤੁਸੀਂ ਸੰਕੋਚ ਨਾ ਕਰੋ ਪਰ ਹਿੰਮਤੀ ਬਣੋ, ਤਦ ਪਰਮੇਸ਼ਵਰ ਉਸ ਸਮੇਂ ਤੋਂ ਸਾਰੇ ਨਤੀਜਿਆਂ ਨੂੰ ਪ੍ਰਬੰਧਿਤ ਕਰਨਗੇ। ਯਹੋਸ਼ੂਆ ਅਤੇ ਉਸ ਦੀ ਸੈਨਾ ਇਸ ਲਈ ਨਹੀਂ ਜਿੱਤੀ ਕਿਉਂਕਿ ਸੈਨਾ ਸ਼ਾਨਦਾਰ ਸੀ। ਭਾਵੇਂ ਉਹਨਾਂ ਦੇ ਦੁਸ਼ਮਣਾਂ ਨੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਸਾਥ ਦੇਣ ਵਾਲਿਆਂ ਨੂੰ ਇਕੱਠਾ ਕਰਕੇ ਯਹੋਸ਼ੂਆ ਦੀ ਸੈਨਾ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, ਪਰ ਪਰਮੇਸ਼ਵਰ ਨੇ ਉਹਨਾਂ ਸਾਰਿਆਂ ਨੂੰ ਹਰਾ ਦਿੱਤਾ। ਜਦੋਂ ਵੀ ਯਹੋਸ਼ੂਆ ਦੀ ਸੈਨਾ ਯੁੱਧ ਵਿੱਚ ਜਾਂਦੀ ਸੀ ਤਦ ਜਿੱਤ ਦਾ ਸਿਲਸਿਲਾ ਜਾਰੀ ਰਹਿੰਦਾ ਸੀ। ਅਜਿਹਾ ਕਿਉਂ ਸੀ? ਇਹ ਇਸ ਲਈ ਸੀ ਕਿਉਂਕਿ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਉਹਨਾਂ ਦੇ ਸਾਰੇ ਦੁਸ਼ਮਣਾਂ ਨੂੰ ਹਰਾਉਣ ਲਈ ਪੂਰਵ ਯੋਜਨਾਬੱਧ ਕਰ ਦਿੱਤਾ ਸੀ। ਆਓ ਅਸੀਂ ਯਹੋਸ਼ੂਆ ਅਧਿਆਇ 10 ਵਚਨ 6 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 10 ਵਚਨ 6 ਵਿੱਚ ਇਹ ਲਿਖਿਆ ਹੈ, ਤਾਂ ਗਿਬੋਨ ਦੇ ਮਨੁੱਖਾਂ ਨੇ ਯਹੋਸ਼ੂਆ ਕੋਲ ਜਿਹੜਾ ਗਿਲਗਾਲ ਦੇ ਡੇਰੇ ਵਿੱਚ ਸੀ ਕਹਾ ਘੱਲਿਆ ਕਿ ਆਪਣਾ ਹੱਥ ਆਪਣੇ ਦਾਸਾਂ ਤੋਂ ਢਿੱਲਾ ਨਾ ਕਰਨਾ। ਛੇਤੀ ਨਾਲ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ ਅਤੇ ਸਾਡੀ ਸਹਾਇਤਾ ਕਰੋ, ਕਿਉਂ ਜੋ ਅਮੋਰੀਆਂ ਦੇ ਸਾਰੇ ਰਾਜੇ ਜਿਹੜੇ ਪਹਾੜ ਉੱਤੇ ਵੱਸਦੇ ਹਨ ਸਾਡੇ ਵਿਰੁੱਧ ਇਕੱਠੇ ਹੋਏ ਹਨ। ਤਾਂ ਯਹੋਸ਼ੂਆ ਨਾਲੇ ਸਾਰੇ ਯੋਧੇ ਅਤੇ ਸਾਰੇ ਸੂਰਬੀਰ ਗਿਲਗਾਲ ਤੋਂ ਚੜੇ। ਤਾਂ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ, ਉਹਨਾਂ ਨਾਲ ਕੀ ਨਾ ਕਰ। ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੇ ਹਾਲਾਤ ਹਨ। ਸਿਰਫ ਉਹਨਾਂ ਸਰੀਰਕ ਸ਼ਾਨਦਾਰ ਵਸਤੂਆਂ ਨੂੰ ਨਾ ਦੇਖੋ ਜੋ ਨੰਗੀਆਂ ਅੱਖਾਂ ਨਾਲ ਦਿਖਾਈ ਦਿੰਦੀਆਂ ਹਨ। ਤੂੰ ਉਹਨਾਂ ਤੋਂ ਨਾ ਡਰ, ਕਿਉਂ ਜੋ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਹੈ। ਉਹਨਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਖਲੋ ਨਾ ਸਕੇਗਾ। ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਯਹੋਸ਼ੂਆ ਨੂੰ ਨਾ ਡਰਨ ਲਈ ਕਿਹਾ, ਮੈਂ ਤੇਰੇ ਸੰਗ ਹਾਂ, ਨਾ ਡਰ। ਇੱਕ ਵਾਰ ਜਦੋਂ ਤੁਹਾਡੇ ਕੋਲ ਆਤਮਿਕ ਸਥਿਤੀ ਤੋਂ ਡਰਨ ਦਾ ਮਨ ਆਉਂਦਾ ਹੈ ਤਦ ਉਸ ਦਿਨ ਆਤਮਾਵਾਂ ਨੂੰ ਬਚਾਉਣ ਦਾ ਕੰਮ ਅਸਫਲ ਹੋ ਜਾਂਦਾ ਹੈ। ਸਾਨੂੰ ਇਸ ਵਾਅਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਸਾਡੇ ਨਾਲ ਰਹੇਗਾ ਅਤੇ ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਰਾਹ ਖੋਲ੍ਹਣਗੇ। ਕਿਸ ਨੇ ਸਾਨੂੰ ਚੇਲਾ ਬਣਾਉਣ ਦਾ ਹੁਕਮ ਦਿੱਤਾ? ਪਰਮੇਸ਼ਵਰ ਨੇ ਸਾਨੂੰ ਚੇਲੇ ਬਣਾਉਣ ਲਈ ਕਿਹਾ ਹੈ। ਇਸ ਲਈ ਅਸੀਂ ਚੇਲੇ ਬਣਾਉਣ ਲਈ ਬਾਹਰ ਜਾਂਦੇ ਹਾਂ। ਇਸ ਲਈ ਡਰਨ ਦੀ ਕੋਈ ਗੱਲ ਨਹੀਂ ਹੈ, ਹੈ ਨਾ? ਆਓ ਅਸੀਂ ਵਚਨ 12 ਨਾਲ ਜਾਰੀ ਰੱਖੀਏ। ਤਦ ਯਹੋਸ਼ੂਆ ਨੇ ਯਹੋਵਾ ਨਾਲ ਉਸ ਦਿਨ ਜਦ ਯਹੋਵਾ ਨੇ ਅਮੋਰੀਆਂ ਨੂੰ ਇਜ਼ਰਾਈਲੀਆਂ ਨੂੰ ਦੇ ਦਿੱਤਾ ਗੱਲ ਕੀਤੀ ਅਤੇ ਇਜ਼ਰਾਈਲੀਆਂ ਦੇ ਵੇਖਦਿਆਂ ਆਖਿਆ, ਹੇ ਸੂਰਜ ਗਿਬੋਨ ਉੱਤੇ ਅਤੇ ਹੇ ਚੰਦਰਮਾ ਅਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ। ਤਾਂ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ ਜਦ ਤੱਕ ਕੌਮ ਨੇ ਆਪਣੇ ਵੈਰੀਆਂ ਨੂੰ ਵੱਟਾ ਨਾ ਲਿਆ। ਕੀ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ? ਸੋ ਸੂਰਜ ਆਕਾਸ਼ ਦੇ ਵਿਚਕਾਰ ਖੜਾ ਰਿਹਾ ਅਤੇ ਸਾਰੀ ਕੁ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ। ਅਯਾਲੋਨ ਦੀ ਖੱਡ ਵਿੱਚ ਅਮੋਰੀਆਂ ਦੇ ਵਿਰੁੱਧ ਲੜਾਈ ਵਿੱਚ ਪਰਮੇਸ਼ਵਰ ਨੇ ਲਗਭਗ ਇੱਕ ਪੂਰੇ ਦਿਨ ਸੂਰਜ ਨੂੰ ਸਥਿਰ ਰੱਖਿਆ ਤਾਂ ਜੋ ਉਸ ਨੂੰ ਡੁੱਬਣ ਵਿੱਚ ਦੇਰੀ ਹੋਵੇ। ਇਜ਼ਰਾਈਲ ਨੂੰ ਇੱਕ ਫਾਇਦੇਮੰਦ ਸਥਿਤੀ ਵਿੱਚ ਰੱਖਣ ਲਈ ਉਹਨਾਂ ਨੇ ਚੜ੍ਹਦੇ ਚੰਦਰਮਾ ਨੂੰ ਵੀ ਬੰਨ੍ਹ ਦਿੱਤਾ। ਵਿਗਿਆਨਿਕ ਰੂਪ ਨਾਲ ਕਹੀਏ ਤਦ ਆਕਾਸ਼ੀ ਪਿੰਡਾਂ ਨੂੰ ਇੱਕ ਪਲ ਲਈ ਵੀ ਨਹੀਂ ਰੋਕਿਆ ਜਾ ਸਕਦਾ, ਪਰ ਪਰਮੇਸ਼ਵਰ ਦੀ ਸ਼ਕਤੀ ਵਿੱਚ ਇਹ ਸਾਰੀਆਂ ਚੀਜ਼ਾਂ ਅਸਲ ਵਿੱਚ ਹੋਈਆਂ।
ਸੂਰਜ ਲੰਬੇ ਸਮੇਂ ਤੱਕ ਨਹੀਂ ਡੁੱਬਿਆ ਅਤੇ ਚੰ드ਰਮਾ ਉਦੋਂ ਨਹੀਂ ਨਿਕਲਿਆ ਜਦੋਂ ਉਸ ਨੂੰ ਚੜ੍ਹਨਾ ਚਾਹੀਦਾ ਸੀ। ਇਹ ਸਭ ਕਰਕੇ ਇਜ਼ਰਾਈਲੀਆਂ ਦੀ ਮਦਦ ਕੌਣ ਕਰ ਰਿਹਾ ਸੀ? ਉਹ ਸਾਡੇ ਪਰਮੇਸ਼ਵਰ ਸੀ। ਇਹ ਦੁਨੀਆ ਦੇ ਨਜ਼ਰੀਏ ਤੋਂ ਬੇਤੁਕਾ ਹੈ। ਇਹ ਇੱਕ ਅਕਲਪਨਾਯੋਗ ਸਥਿਤੀ ਹੈ। ਉਹ ਸਾਡੇ ਪਰਮੇਸ਼ਵਰ ਹਨ ਜੋ ਸਾਨੂੰ ਜਿਤਾਉਣ ਲਈ ਅਜਿਹੀ ਸਥਿਤੀ ਪੈਦਾ ਕਰ ਸਕਦੇ ਹਨ ਤਾਂ ਜੋ ਅਸੀਂ ਵਡਿਆਈ ਹਾਸਿਲ ਕਰ ਸਕੀਏ। ਇਸ ਲਈ ਸਾਨੂੰ ਇਹ ਨਾ ਜਾਣਦੇ ਹੋਏ ਕਿ ਕੀ ਕਰਨਾ ਹੈ, ਡਰਨ ਜਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਸਾਨੂੰ ਸਿਰਫ ਇਸ ਦੁਨੀਆ ਦੀ ਸਥਿਤੀ ਅਤੇ ਸਰੀਰਕ ਸ਼ਾਨਦਾਰ ਵਸਤੂਆਂ ਨੂੰ ਵੇਖ ਕੇ ਇੱਧਰ-ਉੱਧਰ ਭਟਕਣ ਦੀ ਲੋੜ ਨਹੀਂ ਹੈ। ਆਓ ਅਸੀਂ ਅਧਿਆਇ 10 ਵਚਨ 41 ਉੱਤੇ ਜਾਈਏ। ਯਹੋਸ਼ੂਆ ਨੇ ਉਹਨਾਂ ਨੂੰ ਕਾਦੇਸ਼ ਬਰਨਿਆ ਤੋਂ ਅਜ਼ਾਤਿਕ ਅਤੇ ਗੋਸ਼ਨ ਦੇ ਸਾਰੇ ਦੇਸ਼ ਨੂੰ ਗਿਬੋਨ ਤੱਕ ਮਾਰ ਲਿਆ। ਅਤੇ ਯਹੋਸ਼ੂਆ ਨੇ ਕੀ ਕੀਤਾ? ਉਹਨਾਂ ਸਾਰੇ ਰਾਜਿਆਂ ਨੂੰ ਅਤੇ ਉਹਨਾਂ ਦੇ ਸਾਰੇ ਦੇਸ਼ਾਂ ਨੂੰ ਇੱਕੋ ਹੀ ਸਮੇਂ ਵਿੱਚ ਇਸ ਕਾਰਨ ਲੈ ਲਿਆ ਕਿ ਯਹੋਵਾ ਇਜ਼ਰਾਈਲ ਦਾ ਪਰਮੇਸ਼ਵਰ ਇਜ਼ਰਾਈਲ ਲਈ ਲੜਿਆ। ਪਰਮੇਸ਼ਵਰ ਨੇ ਉਸ ਦੀ ਪੂਰੀ ਮਦਦ ਕੀਤੀ। ਨਾ ਡਰ, ਨਿਰਾਸ਼ ਨਾ ਹੋ, ਹਿੰਮਤੀ ਬਣ। ਇਹੀ ਇੱਕ ਚੀਜ਼ ਸੀ ਜੋ ਪਰਮੇਸ਼ਵਰ ਚਾਹੁੰਦੇ ਸੀ। ਆਓ ਅਸੀਂ ਅਧਿਆਇ 11 ਵਚਨ 1 ਦੇਖੀਏ। ਤਾਂ ਇਉਂ ਹੋਇਆ ਕਿ ਜਦ ਹਸੋਰ ਦੇ ਰਾਜੇ ਯਬੀਨ ਨੇ ਇਹ ਸੁਣਿਆ ਤਾਂ ਉਸ ਨੇ ਮਾਦੋਨ ਦੇ ਰਾਜਾ ਯੋਬਾਬ ਅਤੇ ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ ਦੇ ਰਾਜੇ ਨੂੰ ਸੱਦ ਘੱਲਿਆ। ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉੱਤਰ ਵੱਲ ਪਹਾੜੀ ਦੇਸ਼ ਵਿੱਚ ਅਤੇ ਕਿਨਰੋਤ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਲਹਿੰਦੇ ਵੱਲ ਦੌਰ ਦੀਆਂ ਉਚਾਈਆਂ ਵਿੱਚ ਸਨ। ਨਾਲੇ ਕਨਾਨੀਆਂ ਨੂੰ ਜਿਹੜੇ ਚੜ੍ਹਦੇ ਅਤੇ ਲਹਿੰਦੇ ਵੱਲ ਸਨ ਅਤੇ ਅਮੋਰੀਆਂ ਨੂੰ ਅਤੇ ਹਿੱਤੀਆਂ ਨੂੰ ਅਤੇ ਫਰੀਜ਼ੀਆਂ ਨੂੰ ਅਤੇ ਯਬੂਸੀਆਂ ਨੂੰ ਜਿਹੜੇ ਪਹਾੜ ਵਿੱਚ ਸਨ ਅਤੇ ਹਿਵੀਆਂ ਨੂੰ ਜਿਹੜੇ ਹਰਮੋਨ ਦੇ ਹੇਠ ਮਿਸਫਾ ਦੇ ਦੇਸ਼ ਵਿੱਚ ਸਨ। ਅਤੇ ਉਹਨਾਂ ਦੀਆਂ ਸਾਰੀਆਂ ਸੈਨਾ ਬਾਹਰ ਨਿਕਲੀਆਂ। ਉਹ ਢੇਰ ਸਾਰੇ ਲੋਕ ਗਿਣਤੀ ਵਿੱਚ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਸਨ। ਨਾਲੇ ਘੋੜੇ ਅਤੇ ਰੱਥ ਵੀ ਬਹੁਤ ਹੀ ਸਨ। ਤਾਂ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਆ ਕੇ ਉਹਨਾਂ ਨੇ ਮੈਰੋਮ ਦਿਆਂ ਪਾਣੀਆਂ ਕੋਲ ਡੇਰੇ ਲਾਏ ਤਾਂ ਜੋ ਇਜ਼ਰਾਈਲ ਨਾਲ ਯੁੱਧ ਕਰਨ। ਸਾਰੇ ਲੋਕੋ, ਸਥਿਤੀ ਦੀ ਸਿਰਫ ਕਲਪਨਾ ਕਰੋ। ਦੁਸ਼ਮਣ ਦੀ ਸਹਿਯੋਗੀ ਸੈਨਾ ਕਿੰਨੀ ਸ਼ਕਤੀਸ਼ਾਲੀ ਸੀ। ਇਜ਼ਰਾਈਲੀ ਸੈਨਾ ਦੇ ਨਜ਼ਰੀਏ ਤੋਂ ਜੇਕਰ ਤੁਸੀਂ ਇਸ ਸਥਿਤੀ ਵਿੱਚ ਹੁੰਦੇ ਤਾਂ ਤੁਹਾਨੂੰ ਕਿਵੇਂ ਲੱਗਦਾ? ਦੁਸ਼ਮਣ ਇਸ ਤਰ੍ਹਾਂ ਦੇ ਸਮਝੌਤੇ ਕਰਦੇ ਹਨ ਅਤੇ ਉਹ ਵੱਡੀ ਤਾਕਤ ਨਾਲ ਸਾਡਾ ਵਿਰੋਧ ਕਰਨ ਲਈ ਖੜੇ ਹਨ। ਕੀ ਤੁਹਾਨੂੰ ਡਰ ਨਹੀਂ ਲੱਗੇਗਾ? ਪਰ ਜਦੋਂ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਵੰਡਿਆ ਤਦ ਇਜ਼ਰਾਈਲੀਆਂ ਨੇ ਪਰਮੇਸ਼ਵਰ ਦੇ ਕੰਮ ਨੂੰ ਦੇਖਿਆ ਸੀ। ਉਹਨਾਂ ਨੇ ਮਿਸਰ ਉੱਤੇ ਆਈਆਂ 10 ਵਿਪਤਾਵਾਂ ਨੂੰ ਵੀ ਦੇਖਿਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਅਹਿਸਾਸ ਕੀਤਾ ਸੀ ਕਿ ਜਦੋਂ ਵੀ ਕੋਈ ਲੜਾਈ ਹੁੰਦੀ ਹੈ ਤਦ ਪਰਮੇਸ਼ਵਰ ਹਮੇਸ਼ਾ ਉਹਨਾਂ ਨਾਲ ਹੁੰਦੇ ਹਨ ਅਤੇ ਉਹ ਜਿੱਤਦੇ ਹਨ। ਉਸ ਸਮੇਂ ਸਿਰਫ ਕਈ ਘੋੜੇ ਅਤੇ ਰੱਥ ਨਹੀਂ ਸੀ, ਬਲਕਿ ਘੋੜਿਆਂ ਅਤੇ ਰੱਥਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਉਹਨਾਂ ਨੂੰ ਉਸ ਯੁੱਧ ਲਈ ਰਣਨੀਤਿਕ ਤੌਰ ਤੇ ਤਿਆਰ ਕੀਤਾ ਗਿਆ ਸੀ ਜਿਸ ਬਾਰੇ ਇਜ਼ਰਾਈਲੀ ਸੋਚ ਸਕਦੇ ਸੀ, ਅਸੀਂ ਬੇਵੱਸ ਹੋ ਕੇ ਹਾਰ ਜਾਵਾਂਗੇ। ਅਜਿਹੇ ਵਾਤਾਵਰਣ ਵਿੱਚ ਕੀ ਡਰ ਪੈਦਾ ਨਹੀਂ ਹੁੰਦਾ? ਪਰ ਪਰਮੇਸ਼ਵਰ ਨੇ ਕਿਹਾ, ਸਿਰਫ ਸਰੀਰਕ ਤੌਰ ਤੇ ਕਿਸੇ ਸਥਿਤੀ ਨੂੰ ਦੇਖ ਕੇ ਨਾ ਡਰੋ। ਇਸੇ ਤਰ੍ਹਾਂ ਜਦੋਂ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਤਦ ਕਈ ਵਾਰ ਅਸੀਂ ਸਿਰਫ ਬਾਹਰੀ ਸਥਿਤੀ ਅਤੇ ਸਰੀਰਕ ਵਾਤਾਵਰਣ ਨੂੰ ਦੇਖ ਕੇ ਨਿਰਾਸ਼ ਹੋ ਕੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਅਸਫਲ ਹੋ ਜਾਂਦੇ ਹਾਂ। ਸਾਨੂੰ ਆਪਣੀ ਸਥਿਤੀ ਦੀ ਤੁਲਨਾ ਉਸ ਸਥਿਤੀ ਨਾਲ ਕਰਨੀ ਚਾਹੀਦੀ ਹੈ ਜਿਸ ਦਾ ਇਜ਼ਰਾਈਲੀ ਸੈਨਾ ਨੇ ਸਾਹਮਣਾ ਕੀਤਾ ਸੀ। ਆਓ ਅਸੀਂ ਵਚਨ 6 ਨਾਲ ਜਾਰੀ ਰੱਖੀਏ। ਉਪਰੰਤ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ, ਕਿਉਂ ਜੋ ਭਲਕੇ ਇਸੇ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਕੀ ਕਰਾਂਗਾ? ਵਢਾ ਕੇ ਇਜ਼ਰਾਈਲ ਦੇ ਅੱਗੇ ਲਾ ਦਿਆਂਗਾ। ਤੂੰ ਉਹਨਾਂ ਦੇ ਘੋੜਿਆਂ ਦੀਆਂ ਸੜਾਂ ਵੱਢੇਂਗਾ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜੇਂਗਾ। ਸੋ ਯਹੋਸ਼ੂਆ ਅਤੇ ਉਹਦੇ ਨਾਲ ਸਾਰੇ ਯੋਧੇ ਉਹਨਾਂ ਦੇ ਵਿਰੁੱਧ ਮੋਰੇਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉੱਤੇ ਆਣ ਪਏ ਅਤੇ ਯਹੋਵਾ ਨੇ ਉਹਨਾਂ ਨੂੰ ਇਜ਼ਰਾਈਲੀਆਂ ਦੇ ਹੱਥ ਵਿੱਚ ਦੇ ਦਿੱਤਾ। ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸਿਦੋਨ ਤੀਕ ਅਤੇ ਮਿਸਰਫੋਤ ਮਾਇਮ ਅਤੇ ਮਿਸਫਾ ਦੀ ਧੂਣ ਤੀਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ। ਦੁਸ਼ਮਣਾਂ ਕੋਲ ਰਣਨੀਤੀ ਹੋਵੇਗੀ ਅਤੇ ਯੁੱਧ ਜਿੱਤਣ ਲਈ ਉਹਨਾਂ ਦੀ ਆਪਣੀ ਯੋਜਨਾ ਵੀ ਹੋਵੇਗੀ। ਹਾਲਾਂਕਿ ਉਹਨਾਂ ਦੀਆਂ ਯੋਜਨਾਵਾਂ ਭਾਵੇਂ ਕੁਝ ਵੀ ਹੋਣ, ਪਰਮੇਸ਼ਵਰ ਨੇ ਉਹਨਾਂ ਨੂੰ ਕੁਝ ਨਹੀਂ ਦੇ ਰੂਪ ਵਿੱਚ ਨਾਕਾਮ ਕਰ ਦਿੱਤਾ। ਨਾ ਡਰ, ਕਿਉਂ ਜੋ ਮੈਂ ਤੇਰੇ ਨਾਲ ਹਾਂ।
ਕੀ ਮੈਂ ਉਹ ਨਹੀਂ ਜਿਸ ਨੇ ਲਾਲ ਸਮੁੰਦਰ ਨੂੰ ਵੰਡਿਆ ਸੀ? ਕੀ ਮੈਂ ਉਹ ਨਹੀਂ ਜਿਸ ਨੇ 40 ਸਾਲਾਂ ਤੱਕ ਸਵਰਗ ਤੋਂ ਮਨ ਬਰਸਾਇਆ? ਅੱਜ ਆਓ ਅਸੀਂ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਦੀ ਆਵਾਜ਼ ਨੂੰ ਰੱਖੀਏ ਜੋ ਕਹਿੰਦੇ ਹਨ, ਨਾ ਡਰੋ, ਨਿਡਰ ਹੋਵੋ। ਯਹੋਸ਼ੂਆ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚ ਲੈ ਗਿਆ ਜਿਸ ਦਾ ਵਾਅਦਾ ਪਰਮੇਸ਼ਵਰ ਨੇ ਕੀਤਾ ਸੀ, ਅਤੇ ਇਜ਼ਰਾਈਲੀਆਂ ਨੂੰ ਵੀ ਉਹਨਾਂ ਦੇ ਗੋਤਾਂ ਅਨੁਸਾਰ ਕਨਾਨ ਦੇਸ਼ ਦਿੱਤਾ ਗਿਆ ਸੀ। ਕੀ ਇਹੋ ਜਿਹਾ ਕਿਰਪਾਪੂਰਨ ਕੰਮ ਦੁਬਾਰਾ ਨਹੀਂ ਹੋਵੇਗਾ? ਅਸੀਂ ਵੀ ਜਲਦੀ ਹੀ ਆਪਣੇ ਸਦੀਪਕ ਘਰ ਸਵਰਗ ਦੇ ਰਾਜ ਵਿੱਚ ਵਾਪਸ ਜਾਵਾਂਗੇ। ਜਦੋਂ ਇਸ ਤਰ੍ਹਾਂ ਦੀ ਸਥਿਤੀ ਸਵਰਗ ਵਿੱਚ ਪ੍ਰਵੇਸ਼ ਕਰਨ ਤੋਂ ਠੀਕ ਪਹਿਲਾਂ ਹੁੰਦੀ ਹੈ, ਤਦ ਸਾਡਾ ਵਿਸ਼ਵਾਸ ਕਿਵੇਂ ਹੋਣਾ ਚਾਹੀਦਾ ਹੈ ਅਤੇ ਸਾਨੂੰ ਕਿਵੇਂ ਪਰਮੇਸ਼ਵਰ ਦੇ ਵਾਅਦੇ ਉੱਤੇ ਪੱਕੇ ਰਹਿਣਾ ਚਾਹੀਦਾ ਹੈ? ਇੱਕ ਵਾਰ ਫਿਰ ਆਓ ਅਸੀਂ ਇਸ ਸਿੱਖਿਆ ਨੂੰ ਆਪਣੇ ਦਿਲਾਂ ਉੱਤੇ ਉਤਾਰੀਏ ਤਾਂ ਜੋ ਅਸੀਂ ਪਰਮੇਸ਼ਵਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰ ਸਕੀਏ ਅਤੇ ਇਸ ਉੱਤੇ ਆਪਣਾ ਵਿਸ਼ਵਾਸ ਕਦੇ ਨਾ ਗਵਾਈਏ ਕਿ ਪਰਮੇਸ਼ਵਰ ਸਾਡੇ ਨਾਲ ਹਨ। ਮੈਂ ਆਸ ਕਰਦਾ ਹਾਂ ਕਿ ਅਸੀਂ ਆਪਣੇ ਗਵਾਚੇ ਹੋਏ ਭੈਣਾਂ ਅਤੇ ਭਰਾਵਾਂ ਨੂੰ ਸ਼ੈਤਾਨ ਦੇ ਹੱਥ ਤੋਂ ਕੱਢਣ, ਉਹਨਾਂ ਨੂੰ ਛੁਡਾਉਣ ਅਤੇ ਪ੍ਰਾਇਸ਼ਚਿਤ ਵੱਲ ਲਿਜਾਣ ਲਈ ਹਿੰਮਤੀ ਹੋਵਾਂਗੇ ਤਾਂ ਜੋ ਸਦੀਪਕ ਘਰ ਸਵਰਗ ਦੇ ਰਾਜ ਵਿੱਚ ਇਕੱਠੇ ਮੁੜਨ ਦੀ ਕਿਰਪਾ ਸਾਡੇ ਨਾਲ ਰਹੇ। ਇਸ ਦੇ ਦੁਆਰਾ ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।